ਵਾਹਿਗੁਰੂ 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 ਵਾਹਿਗੁਰੂ। ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਉ ਅਣਦੜ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਏ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ। ਦੇ ਨਾਮ ਕਰ ਆਪਣੇ ਚੇਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਬੈਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾੜ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ PTC ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ
ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇਸ ਪਾਵਨ ਧਰਤੀ ਤੇ ਆਏ। ਸਤਿਗੁਰਾਂ ਨੇ ਜਿੱਥੇ ਪਾਵਨ ਸਰੋਵਰ ਦੀ ਖੁਦਵਾਈ ਕਰਵਾਈ, ਸੰਗਤ ਜੀ ਅੰਮ੍ਰਿਤਸਰ ਸ਼ਹਿਰ ਵਸਾਇਆ। ਔਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਗੋਇੰਦਵਾਲ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਫਿਰ ਗੋਇੰਦਵਾਲ ਸਾਹਿਬ ਗਏ। ਗੋਇੰਦਵਾਲ ਸਾਹਿਬ ਜੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਪਹਿਲਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਵਾਹਿਗੁਰੂ ਦਾ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ ਸਨ। ਆਪ ਜੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹੋ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਨਾਮ ਜਪਣ ਦੀ ਜੁਗਤੀ ਦਰਸਾਓ। ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ, ਇਹ ਪਾਵਨ ਹੁਕਮ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਚਾਰਨ ਕਰਕੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ। ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਵਿੱਚ ਸ਼ੰਤ ਜਸ ਰੂਪ ਵਾਹਿਗੁਰੂ ਦੀ ਉਪਮਾ ਰੂਪ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਸ਼ੰਤ ਜਿਸ ਵਿੱਚ ਕਾਵ ਤੇ ਸੰਗੀਤ ਮਿਲਿਆ ਹੋਵੇ ਉਹਨੂੰ ਸ਼ੰਤ ਕਿਹਾ ਜਾਂਦਾ ਹੈ। ਔਰ ਕਈ ਮਤਾਂ ਦੇ ਵਿੱਚ ਤਨਾਸਰੀ ਨੂੰ ਰਾਗਣੀ ਵੀ ਮੰਨਿਆ ਗਿਆ ਹੈ। ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਤਨਾਸਰੀ ਤਦਵੰਤੀ ਜਾੜੀਆਂ ਭਾਈ, ਇੱਥੇ ਵੀ ਇਹ ਰਾਗਣੀ ਦਾ ਵਾਚਕ ਹੈ। ਪਰ ਆਮ ਕਰਕੇ ਸਿੱਖ ਬੋਲੀ ਵਿੱਚ ਆਪਾਂ ਕਹਿ ਦਿੰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ
31 ਰਾਗ ਨੇ ਤੇ ਇੰਨੇ ਕਈ ਲਗਭਗ ਸੰਬੰਧਕ ਰਾਗ ਨੇ ਜਿਨ੍ਹਾਂ ਨੂੰ ਮਿਸ਼ਰਨ ਰਾਗ ਵੀ ਕਹਿ ਦਿੰਦੇ ਨੇ, ਮਿਸ਼ਰਤ ਰਾਗ। ਤੋ ਸਤਿਗੁਰੂ ਜੀ ਰਾਗ ਧਨਾਸਰੀ ਵਿੱਚ ਸ਼ੰਤ ਦੇ ਸਿਰਲੇਖ ਹੇਠ ਅੱਜ ਦਾ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਪਹਿਲੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਦਾ ਗਾਇਨ ਕਰਨ ਦਾ ਹੁਕਮ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਚੇਤਨ ਸਰੂਪ, ਗੁਰ ਆਨੰਦ ਸਰੂਪ, ਅਥਵਾ ਗੁਰੂ ਦੀ ਕਿਰਪਾ ਨਾਲ ਉਸ ਇੱਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹਰ ਜੀਉ ਕਿਰਪਾ ਕਰੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਸੰਗਤ ਜੀ ਹਰ ਜੀਉ ਕਿਰਪਾ ਕਰੇ। ਜੇ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰੇ ਤਾਂ ਨਾਮ ਧਿਆਈਐ ਜੀਉ। ਤਾਂ ਹੀ ਭਾਈ ਉਸ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਧਿਆਇਆ ਜਾ ਸਕਦਾ ਹੈ। ਸਤਿਗੁਰ ਮਿਲੈ ਸੁਭਾਏ। ਸੁਤੇ ਸਿੱਧ ਹੀ ਸਤਿਗੁਰੂ ਦਾ ਮਿਲਾਪ ਹੋ ਜਾਵੇ। ਸਹਿਜ ਗੁਣ ਗਾਈਐ ਜੀਉ। ਫਿਰ ਟਿਕ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਗੁਣ ਗਾ ਸਕੀਦੇ ਹਨ। ਗੁਣ ਗਾਏ ਵਿਗਸੈ ਸਦਾ ਅਨ ਦਿਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਪ੍ਰਭੂ ਦੀ ਉਪਮਾ ਕਰਦੇ ਨੇ, ਉਹ ਸਦੀਵ ਕਾਲ ਰਾਤ ਦਿਨ ਸੰਗਤ ਜੀ ਪ੍ਰਸੰਨ ਰਹਿੰਦੇ ਨੇ, ਖਿੜੇ ਰਹਿੰਦੇ ਨੇ। ਕਦੇ ਵੀ ਉਹਨਾਂ ਦੇ ਚਿਹਰੇ ਉੱਤੇ ਗਮੀ ਆਦਿਕ ਨਹੀਂ ਆਉਂਦੀ, ਚਿੰਤਾ ਨਹੀਂ ਭਾਸਦੀ। ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਹ ਸਦਾ ਹੀ ਆਨੰਦ ਪ੍ਰਸੰਨ ਚਿੱਤ ਰਹਿੰਦੇ ਨੇ। ਜਾਂ ਆਪ ਸਾਚੇ ਭਾਵਏ। ਜਦੋਂ ਆਪ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਭਾ ਜਾਂਦੇ ਨੇ। ਅਹੰਕਾਰ ਹਉਮੈ ਤਜੈ ਮਾਇਆ। ਸੰਗਤ ਜੀ ਫਿਰ ਉਹ ਗੁਰਮੁਖ ਪਿਆਰੇ ਹੰਕਾਰ ਨੂੰ, ਹਉਮੈ, ਹੰਗਤਾ, ਮਮਤਾ ਨੂੰ, ਇਸੇ ਤਰ੍ਹਾਂ ਮਾਇਆ ਨੂੰ, ਮਾਇਆ ਦੇ ਪਦਾਰਥਾਂ ਨੂੰ ਉਹ ਤਿਆਗ ਦਿੰਦੇ ਨੇ। ਫਿਰ ਇਹਨਾਂ ਨਾਲ ਉਹ ਬਹੁਤਾ ਮੋਹ ਨਹੀਂ ਕਰਦੇ, ਹੰਕਾਰ ਨਹੀਂ ਕਰਦੇ ਕਿ ਮੇਰੇ ਕੋਲ ਬਹੁਤ ਵਧੀਆ ਕੋਠੀ ਹੈ, ਮੇਰੇ ਕੋਲ ਬਹੁਤ ਵਧੀਆ ਗੱਡੀ ਹੈ, ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ। ਇਹਦਾ ਹੰਕਾਰ ਨਹੀਂ ਕਰਦੇ। ਇਸੇ ਤਰ੍ਹਾਂ ਹੀ ਫਿਰ ਉਹ ਮੇਰ ਤੇਰ ਛੱਡ ਦਿੰਦੇ ਨੇ, ਮਾਇਆ ਦੇ ਮੋਹ ਤੋਂ ਵੀ ਨਿਰਲੇਪ ਹੋ ਜਾਂਦੇ ਨੇ। ਫਿਰ ਉਹ ਇਹ ਨਹੀਂ ਕਹਿੰਦੇ ਵੀ ਇਹ ਫਲਾਣਾ ਹੈ ਤੇ ਮੈਂ ਫਲਾਣਾ ਹਾਂ, ਨਹੀਂ ਕਹਿੰਦੇ ਫਿਰ ਤਾਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਡਾ ਪਿਤਾ ਪਰਮੇਸ਼ਰ ਇੱਕ ਹੈ, ਅਸੀਂ ਆਪਸ ਵਿੱਚ ਭਰਾ ਹਾਂ। ਫਿਰ ਉਹਨਾਂ ਦੀ ਇਹ ਬਿਰਤੀ ਬਣ ਜਾਂਦੀ ਹੈ। ਸਹਿਜ ਨਾਮ ਸਮਾਵਏ। ਸੰਗਤ ਜੀ ਸੁਤੇ ਸਿੱਧੀ ਉਹ ਨਾਮੀ ਦੇ ਵਿੱਚ, ਕਿਉਂਕਿ ਨੰਨੇ ਨੂੰ ਕਰਨਾ ਤੇ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹਦਾ ਅਰਥ ਹੈ ਨਾਮੀ ਵਿੱਚ। ਨਾਮ ਵਿੱਚ ਵੀ ਕਈ ਵਾਰ ਕਹਿ ਦਿੰਦੇ ਨੇ ਵਿਦਵਾਨ, ਉਹ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਆਪ ਕਰਤਾ ਕਰੇ ਸੋਈ। ਸੰਗਤ ਜੀ ਉਹ ਪਰਮੇਸ਼ਰ
ਆਪ ਕਰਤਾ ਹੈ ਤੇ ਉਹ ਪਰਮੇਸ਼ਰ ਜੋ ਵੀ ਕਰਦਾ ਹੈ ਉਹ ਕੁਛ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ। ਸਾਡਾ ਆਪਣਾ ਕੀਤਾ ਕੁਛ ਵੀ ਨਹੀਂ ਹੁੰਦਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਸਾਰਿਆਂ ਨੇ ਮਾਰੀਆਂ ਵੀ ਮੈਂ ਆਹ ਕੰਮ ਕਰਾਂਗਾ, ਮੈਂ ਆਹ ਕਰਾਂਗਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੋਇਆ ਉਹ ਕੁਛ ਜੋ ਕਰਤੇ ਨੇ ਕੀਤਾ। ਇਸ ਕਰਕੇ ਕਰਤੇ ਦੀ ਆਸ ਰੱਖਣੀ ਚਾਹੀਦੀ ਹੈ। ਉਹ ਆਪ ਸਾਰੇ ਕਾਰਜਾਂ ਦਾ ਕਰਤਾ ਹੈ ਤੇ ਜੋ ਉਹ ਪਰਮੇਸ਼ਰ ਵਾਹਿਗੁਰੂ ਕਰਦਾ ਉਹ ਕੁਛ ਹੁੰਦਾ। ਆਪ ਦੀ ਤਾ ਪਾਈਐ। ਸੰਗਤ ਜੀ, ਜਦੋਂ ਉਹ ਵਾਹਿਗੁਰੂ ਆਪ ਤਰੁੱਟ ਕੇ ਦਾਤਾਂ ਦਿੰਦਾ ਹੈ ਤਾਂ ਉਹ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਪਰ ਕਈ ਵਾਰ ਅਸੀਂ ਯਤਨ ਕਰਦੇ ਹਾਂ, ਯਤਨ ਕੀਤਿਆਂ ਉਹ ਦਾਤਾਂ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਜਦੋਂ ਵਾਹਿਗੁਰੂ ਤਰੁੱਟਦਾ ਹੈ, ਕਿਰਪਾ ਕਰਦਾ ਹੈ, ਉਦੋਂ ਉਹ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਤਿੰਨ ਜੀ ਜੰਗਲ ਵਿੱਚ ਸ਼ਿਵ ਜੀ ਨੂੰ ਆਰਾਧਨ ਵਾਸਤੇ ਚਲੇ ਗਏ। ਉਹਨਾਂ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ। ਸ਼ਿਵ ਜੀ ਪ੍ਰਸੰਨ ਹੋਇਆ, ਆਇਆ ਤੇ ਜਿੱਥੇ ਜਿੱਥੇ ਉਹ ਵੱਖਰੇ ਵੱਖਰੇ ਬੈਠੇ ਸੀ ਉਹਨਾਂ ਨੂੰ ਪੁੱਛਿਆ। ਪਹਿਲਾਂ ਸ਼ਿਵ ਜੀ ਬੀਬੀ ਕੋਲ ਗਏ ਤੇ ਉਹਨੂੰ ਪੁੱਛਿਆ ਵੀ ਵਰਮ ਭੂ ਵਰ ਮੰਗ। ਉਹਨੇ ਕਿਹਾ ਭਗਵਾਨ ਮੈਂ ਸੁੰਦਰ ਸਰੂਪ ਬਣ ਜਾਵਾਂ। ਉਹ ਸੋਹਣੇ ਸਰੂਪ ਵਾਲੀ ਬਣ ਗਈ। ਕੋਈ ਰਾਜਾ ਸ਼ਿਕਾਰ ਖੇਡਦਾ ਆਇਆ ਤੇ ਉਹ ਉਸ ਔਰਤ ਨੂੰ ਘੋੜੇ ਤੇ ਮਗਰ ਬਿਠਾ ਕੇ ਨਾਲ ਲੈ ਗਿਆ। ਹੁਣ ਸ਼ਿਵ ਜੀ ਉਹਦੇ ਘਰ ਵਾਲੇ ਦੇ ਕੋਲ ਗਏ। ਘਰ ਵਾਲੇ ਨੂੰ ਜਾ ਕੇ ਕਹਿਣ ਲੱਗੇ ਵੀ ਵਰਮ ਭੂ ਵਰ ਮੰਗ, ਕੀ ਚਾਹੀਦਾ? ਕਹਿਣ ਲੱਗਾ ਜੀ ਮੈਂ ਬੜਾ ਦੁਖੀ ਹਾਂ, ਮੇਰੀ ਘਰ ਵਾਲੀ ਰਾਜੇ ਦੇ ਨਾਲ ਚਲੇ ਗਈ ਆ ਤੇ ਜੇ ਤੁਸੀਂ ਹੁਣ ਪ੍ਰਸੰਨ ਹੋਏ ਹੋ ਨਾ ਤੇ ਇਹ ਕਿਰਪਾ ਕਰ ਦਿਓ ਵੀ ਉਹ ਮੇਰੀ ਘਰ ਵਾਲੀ ਸੂਰੀ ਬਣ ਜਾਵੇ। ਸ਼ਿਵ ਜੀ ਨੇ ਕਿਹਾ ਤਥਾਸਤੂ। ਸੰਗਤ ਜੀ ਉਹ ਸੂਰੀ ਬਣ ਗਈ। ਹੁਣ ਰਾਜੇ ਦੇ ਪਿੱਛੇ ਬੈਠੀ ਉਹ ਘੁਰ ਘੁਰ ਕਰਨ ਲੱਗ ਪਈ। ਰਾਜੇ ਨੇ ਸੋਚਿਆ ਵੀ ਮੈਂ ਤਾਂ ਇੱਕ ਔਰਤ ਨੂੰ ਬਟਾਇਆ ਸੀ ਤੇ ਇਹ ਕੀ ਬਲਾ ਹੈ। ਉਹਨੇ ਉਹਨੂੰ ਉੱਥੇ ਜੰਗਲ ਵਿੱਚ ਸੁੱਟ ਦਿੱਤਾ। ਫਿਰ ਸ਼ਿਵ ਜੀ ਉਹਨਾਂ ਦੇ ਬੱਚੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਵੀ ਬੇਟਾ ਵਰਮ ਭੂ ਵਰ ਮੰਗ, ਕੀ ਚਾਹੀਦਾ? ਉਹਨੇ ਕਿਹਾ ਭਗਵਾਨ ਜੇ ਤਰੁੱਠੇ ਹੋ ਨਾ ਤੇ ਕਿਰਪਾ ਕਰੋ ਮੇਰੀ ਮਾਂ ਨੂੰ ਪਹਿਲੇ ਸਰੂਪ ਵਿੱਚ ਹੀ ਕਰ ਦਿਓ। ਤਿੰਨਾਂ ਨੇ ਯਤਨ ਤਾਂ ਕੀਤਾ ਜੀ, ਪਰ ਉਹਨਾਂ ਨੂੰ ਪ੍ਰਾਪਤ ਕੁਝ ਵੀ ਨਹੀਂ ਹੋਇਆ। ਉਹਨਾਂ ਨੂੰ ਪ੍ਰਾਪਤ ਕੁਝ ਨਹੀਂ ਹੋਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਯਤਨ ਕਰਕੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਉਹ ਵਾਹਿਗੁਰੂ ਆਪ ਤਰੁੱਟ ਕੇ
ਦਾਤਾਂ ਦਿੰਦਾ ਹੈ ਤਾਂ ਹੀ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਹਰ ਜੀਉ ਕਿਰਪਾ ਕਰੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਸੰਗਤ ਜੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪ ਕਿਰਪਾ ਕਰਨ ਤਾ ਨਾਮ ਧਿਆਈਐ ਜੀਉ। ਤਾਂ ਹੀ ਉਹਦਾ ਨਾਮ ਧਿਆਇਆ ਜਾ ਸਕਦਾ ਹੈ। ਅੰਦਰ ਸਾਚਾ ਨੇਹੋ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਗੁਰੂ ਅਮਰਦਾਸ ਜੀ ਦੇ ਨਾਲ ਬਹੁਤ ਪਿਆਰ ਸੀ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਸਾਚਾ ਨੇਹੋ। ਸੰਗਤ ਜੀ ਸਾਡੇ ਅੰਦਰ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਏ ਸੱਚਾ ਪਿਆਰ ਹੈ। ਸਾਡਾ ਵੀ ਗੁਰੂ ਅਮਰਦਾਸ ਜੀ ਦੇ ਨਾਲ ਬਹੁਤ ਨੇਹ ਪਿਆਰ ਹੈ। ਪੂਰੇ ਸਤਿਗੁਰ ਜੀਓ। ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤੀਜੇ ਸਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਡਾ ਵੀ ਅੰਦਰੋਂ ਨੇਹ ਪਿਆਰ ਹੈ। ਜੇ ਤੁਹਾਡਾ ਪਿਆਰ ਹੈ ਤੇ ਸਾਡਾ ਵੀ ਬਹੁਤ ਪਿਆਰ ਹੈ ਭਾਈ। ਅਥਵਾ ਪੂਰੇ ਸਤਿਗੁਰੂ ਦੀ ਕਿਰਪਾ ਸਦਕਾ ਸਾਡੇ ਅੰਦਰ ਉਸ ਸੱਚੇ ਵਾਹਿਗੁਰੂ ਦਾ ਪਿਆਰ ਉਤਪਨ ਹੋਇਆ ਹੈ। ਓ ਤਿਸ ਸੇਵੀ ਦਿਨ ਰਾਤ। ਮੈਂ ਦਿਨੇ ਰਾਤ ਉਸ ਵਾਹਿਗੁਰੂ ਨੂੰ ਯਾਦ ਕਰਦਾ। ਮੈਂ ਕਦੇ ਨਾ ਵਿਸਰੈ ਜੀਓ। ਤੇ ਨਾਲ ਬੇਨਤੀ ਕਰਦਾ, ਮਹਾਰਾਜ ਮੈਨੂੰ ਕਦੇ ਵੀ ਨਾਮ ਵਿਸਰੇ ਨਾ, ਭੁੱਲੇ ਨਾ। ਕਦੇ ਨਾ ਵਿਸਾਰੀ ਅਨ ਦਿਨ ਸਮਾਰੀ। ਹਜੂਰ ਕਹਿੰਦੇ ਮੈਂ ਕਦੇ ਵੀ ਗੁਰੂ ਸਾਹਿਬਾਨ ਜੀ ਨੂੰ ਅਤੇ ਗੁਰੂ ਕੇ ਦਿੱਤੇ ਉਪਦੇਸ਼ ਨੂੰ ਵਿਸਾਰਦਾ ਨਹੀਂ, ਭੁਲਾਉਂਦਾ ਨਹੀਂ। ਮੈਂ ਤਾਂ ਰਾਤ ਦਿਨ ਹੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਚੇਤੇ ਕਰਦਾ। ਜਾ ਨਾਮ ਲਈ ਤਾ ਜੀਵਾ। ਜਾਂ ਜਦੋਂ ਪਰਮੇਸ਼ਰ ਦਾ ਨਾਮ ਲਈਏ ਤਾਂ ਭਾਈ ਜੀਵਨ ਪ੍ਰਾਪਤ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਪ੍ਰਭੂ ਨੂੰ ਆਖਣਾ, ਉਹਦਾ ਨਾਮ ਜਪਣਾ ਜੀਵਨ ਹੈ। ਵਿਸਾਰ ਦੇਣਾ ਸੰਗਤ ਜੀ ਮੌਤ ਹੈ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਨਾਮ ਲੈਂਦੇ ਹਾਂ ਤੇ ਸਾਨੂੰ ਜੀਵਨ ਪ੍ਰਾਪਤ ਹੁੰਦਾ। ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ। ਜਦੋਂ ਮੈਂ ਵਾਹਿਗੁਰੂ ਦਾ ਨਾਮ ਕੰਨਾਂ ਦੇ ਰਾਹੀਂ ਸਰਵਣ ਕਰਦਾ ਹਾਂ ਤੇ ਫਿਰ ਇਹ ਮਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਗੁਰਮੁਖ ਅੰਮ੍ਰਿਤ ਪੀਵਾ। ਅਤੇ ਮੁਖੀ ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਕਰਕੇ ਮੈਂ ਨਾਮ ਰੂਪੀ ਅੰਮ੍ਰਿਤ ਨੂੰ ਅਥਵਾ ਪ੍ਰਤੱਖ ਪੰਜਾਂ ਪਿਆਰਿਆਂ ਦੇ ਪਾਸੋਂ ਜਾਚਨਾ ਕਰਕੇ ਭਾਈ ਅੰਮ੍ਰਿਤ ਪੀਂਦਾ। ਨਦਰ ਕਰੇ ਤਾਂ ਸਤਿਗੁਰ ਮੇਲੇ। ਵਾਹਿਗੁਰੂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰੂ ਨਾਲ ਮਿਲਾਪ ਹੁੰਦਾ। ਅਨ ਦਿਨ ਬਵੇਕ ਬੁੱਧ ਵਿਚਰੈ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਤ ਦਿਨ ਜਿਹੜੀ ਸਾਡੀ ਬੁੱਧ ਹੈ ਨਾ, ਇਹ ਭਾਈ ਬਵੇਕ ਵਿੱਚ ਵਿਚਰਦੀ ਹੈ। ਬਵੇਕ ਦਾ ਅਰਥ ਹੈ ਬਿਬ ਏਕ, ਦੋਹਾਂ ਤੋਂ ਇੱਕ ਕਰਨ ਵਾਲਾ ਜਾਂ ਦੋਹਾਂ ਤੋਂ ਇੱਕ ਹੋ ਜਾਣਾ। ਜੀਵ ਤੇ ਈਸ਼ ਦਾ ਜਿਹੜਾ ਭੇਦ ਹੈ ਉਹ ਮਿਟ ਜਾਣਾ। ਜੀਵ ਤੇ ਈਸ਼ ਨੇ ਇੱਕ ਮਿਕ ਹੋ ਜਾਣਾ, ਕੋਈ ਅੰਤਰ ਨਾ ਰਹਿ ਜਾਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਰਾਤ ਦਿਨ ਸਾਡੀ ਜਿਹੜੀ ਬੁੱਧ ਹੈ ਨਾ, ਉਹ ਦੋਹਾਂ ਤੋਂ ਇੱਕ ਹੋਣ ਵਿੱਚ ਵਿਚਰਦੀ, ਵਿਚਾਰ ਕਰਦੀ ਹੈ। ਅੰਦਰ ਸਾਚਾ ਨੇਹੋ। ਹਜੂਰ ਕਹਿੰਦੇ ਸਾਡੇ ਅੰਦਰ ਸੱਚਾ ਪਿਆਰ ਹੈ। ਪੂਰੇ ਸਤਿਗੁਰੈ। ਪੂਰੇ ਸਤਿਗੁਰੂ ਦੇ ਨਾਲ ਅਥਵਾ ਵਾਹਿਗੁਰੂ ਦੇ ਨਾਲ ਸਾਡੇ ਅੰਦਰ ਸੱਚਾ ਪਿਆਰ ਹੈ। ਸਤ ਸੰਗਤ ਮਿਲੈ ਵਡ ਭਾਗ। ਵੱਡਿਆਂ ਭਾਗਾਂ ਕਰਕੇ
ਸਤ ਸੰਗਤ ਦੀ ਪ੍ਰਾਪਤੀ ਹੋਵੇ। ਤਾਂ ਹਰ ਰਸ ਆਵੇ ਜੀਓ। ਹਜੂਰ ਕਹਿੰਦੇ ਭਾਈ ਤਾਂ ਹਰੀ ਦੇ ਨਾਮ ਦਾ ਰਸ ਆਉਂਦਾ। ਅਨ ਦਿਨ ਰਹਿ ਲਿਵ ਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਰਾਤ ਦਿਨ ਆਪਣੀ ਬਿਰਤੀ ਸੁਰਤੀ ਜਿਹੜੀ ਹੈ ਨਾ ਉਹ ਵਾਹਿਗੁਰੂ ਦੇ ਨਾਮ ਵਿੱਚ ਲਾਈ ਰੱਖਦੇ। ਤਾਂ ਸਹਿਜ ਸਮਾਵੇ ਜੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਭਾਈ ਉਹ ਸਹਿਜ ਵਿੱਚ ਸਮਾ ਜਾਂਦੇ ਨੇ, ਸੁੱਤੇ ਸਿੱਧ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਨੇ। ਸਹਿਜ ਸਮਾਵੇ ਤਾਂ ਹਰ ਮਨ ਪਾਵੇ। ਜਦੋਂ ਜੀਵ ਸਹਿਜ ਵਿੱਚ ਟਿਕ ਜਾਂਦਾ ਹੈ ਤਾਂ ਫਿਰ ਇਹ ਵਾਹਿਗੁਰੂ ਦੇ ਮਨ ਨੂੰ ਭਾ ਜਾਂਦਾ। ਸਦਾ ਅਤੀਤ ਬੈਰਾਗੀ। ਸੰਗਤ ਜੀ ਫਿਰ ਇਹ ਸੰਸਾਰ ਤੋਂ, ਸੰਸਾਰਕ ਪਦਾਰਥਾਂ ਤੋਂ, ਪਰਿਵਾਰ ਤੋਂ, ਸੰਬੰਧੀਆਂ ਤੋਂ ਅਤੀਤ ਹੋ ਜਾਂਦਾ ਹੈ, ਵੱਖਰਾ ਹੋ ਜਾਂਦਾ ਹੈ। ਫਿਰ ਇਹਦੇ ਮਨ ਵਿੱਚ ਸਦਾ ਹੀ ਵਿਰਾਗ ਹੈ ਇੱਕ ਵਾਹਿਗੁਰੂ ਨਾਲ ਮਿਲਾਪ ਕਰਨ ਦਾ। ਹਾਲਤ ਪਾਲਤ ਸੋਭਾ ਜਗ ਅੰਤਰ। ਸੰਗਤ ਜੀ ਇਸ ਜਗਤ ਵਿੱਚ ਵੀ ਅਤੇ ਲੋਕ ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ ਹੈ। ਰਾਮ ਨਾਮ ਲਿਵ ਲਾਗੀ। ਜਿਨ੍ਹਾਂ ਦੀ ਬਿਰਤੀ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਵਿੱਚ ਜੁੜੀ ਰਹਿੰਦੀ ਹੈ, ਉਹਨਾਂ ਦੀ ਇਸ ਜਗਤ ਵਿੱਚ ਵੀ ਉਪਮਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਲੋਕ ਪਰਲੋਕ ਵਿੱਚ ਵੀ ਸੰਗਤ ਜੀ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ। ਹਰਖ ਸੋਗ ਦੁਹਾ ਤੇ ਮੁਕਤਾ। ਖੁਸ਼ੀ ਅਤੇ ਗਮੀ ਦੋਹਾਂ ਤੋਂ ਹੀ ਉਹ ਮੁਕਤ ਹੋ ਜਾਂਦੇ ਨੇ। ਜੋ ਪ੍ਰਭ ਕਰੇ ਸੋ ਭਾਵੇ। ਫਿਰ ਉਹਨਾਂ ਦੀ ਬਿਰਤੀ ਇਹੋ ਜੀ ਬਣ ਜਾਂਦੀ ਹੈ ਵੀ ਜੋ ਪਰਮੇਸ਼ਰ ਕਰਦਾ ਉਹ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ। ਇੱਕ ਰਾਜਾ ਆਪਣੇ ਵਜ਼ੀਰ ਤੇ ਸੈਨਾ ਨਾਲ ਸ਼ਿਕਾਰ ਖੇਡਣ ਗਿਆ। ਅਚਾਨਕ ਹੀ ਉਹਦੀ ਕਿਰਪਾਨ ਉਹਦੇ ਹੱਥ ਤੇ ਵੱਜ ਗਈ, ਉਹਦੀ ਉਂਗਲ ਕੱਟੀ ਗਈ। ਰਾਜੇ ਨੇ ਕਿਹਾ ਵਜ਼ੀਰ ਨੂੰ ਵੀ ਮੇਰੀ ਉਂਗਲ ਕੱਟੀ ਗਈ ਹੈ। ਵਜ਼ੀਰ ਕਹਿਣ ਲੱਗਾ ਭਲਾ ਹੋਇਆ ਰਾਜਨ। ਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਕਿ ਮੇਰੀ ਉਂਗਲ ਕੱਟੀ ਗਈ ਹੈ, ਮੈਂ ਹਮਦਰਦੀ ਨਾਲ ਇਹਨੂੰ ਦੱਸਿਆ ਹੈ ਤੇ ਇਹ ਕਹਿੰਦਾ ਚੰਗਾ ਹੋਇਆ, ਜੋ ਵਾਹਿਗੁਰੂ ਕਰਦਾ ਉਹ ਠੀਕ ਹੀ ਕਰਦਾ ਹੈ। ਰਾਜੇ ਨੇ ਉਸ ਵਜ਼ੀਰ ਨੂੰ ਸਸਪੈਂਡ ਕਰ ਦਿੱਤਾ, ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਵਜ਼ੀਰ ਘਰ ਬਹਿ ਗਿਆ। ਇੱਕ ਦਿਨ ਰਾਜੇ ਨੇ ਵਜ਼ੀਰ ਨੂੰ ਪੁੱਛਿਆ, ਸੁਣਾ ਕੀ ਹਾਲ ਆ? ਕਹਿਣ ਲੱਗਾ ਜੀ ਚੰਗਾ, ਵਾਹਿਗੁਰੂ ਨੇ ਭਲਾ ਹੀ ਕੀਤਾ ਹੈ। ਰਾਜਾ ਫਿਰ ਬੜਾ ਹੈਰਾਨ ਹੋਇਆ। ਸਮਾਂ ਪਾ ਕੇ ਉਹ ਰਾਜਾ ਸ਼ਿਕਾਰ ਖੇਡਣ ਗਿਆ ਤੇ ਦੂਜੇ ਰਾਜ ਵਿੱਚ ਚਲੇ ਗਿਆ। ਉੱਥੋਂ ਦੇ ਲੋਕਾਂ ਨੇ ਪਕੜ ਕਰਕੇ ਨਾ ਜੀ ਉਹਦੀ ਬਲੀ ਦੇਣੀ ਚਾਹੀ। ਉਹਨੂੰ ਮੰਦਿਰ ਵਿੱਚ ਲੈ ਗਏ ਜਿੱਥੇ ਬਲੀ ਦਿੱਤੀ ਜਾਂਦੀ ਸੀ। ਤੇ ਜਦੋਂ ਉਹ ਬਲੀ ਦੇਣ ਵਾਲਿਆਂ ਨੇ ਉਹਦੇ ਹੱਥ ਪੈਰ ਵੇਖੇ ਵੀ ਇਹ ਸਾਬਤ ਹੈ, ਤੇ ਉਹਨਾਂ ਨੇ ਵੇਖਿਆ ਵੀ ਰਾਜੇ ਦੀ ਉਂਗਲੀ ਕੱਟੀ ਹੋਈ ਸੀ। ਕਹਿਣ ਲੱਗੇ ਇਹਦੀ ਉਂਗਲ ਵੱਡੀ ਹੋਈ ਹੈ, ਇਹਦਾ ਬਲੀਦਾਨ ਨਹੀਂ ਦਿੱਤਾ ਜਾ ਸਕਦਾ, ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਛੱਡ ਦਿੱਤਾ। ਰਾਜਾ ਵਾਪਸ ਆ ਗਿਆ। ਆ ਕਰਕੇ ਫਿਰ ਵਜ਼ੀਰ ਦੇ ਕੋਲ ਗਿਆ, ਕਹਿੰਦਾ ਮੈਨੂੰ ਅੱਜ ਪਤਾ ਲੱਗਾ ਵੀ ਚੰਗਾ ਹੋਇਆ ਹੈ, ਵਾਹਿਗੁਰੂ ਭਲਾ ਕਰਦਾ ਹੈ। ਜੇ ਮੇਰੀ ਉਂਗਲ ਸਾਬਤ ਹੁੰਦੀ ਅੱਜ ਮੈਨੂੰ ਉਹਨਾਂ ਨੇ ਮੰਦਿਰ ਵਿੱਚ ਮਾਰ ਦੇਣਾ ਸੀ। ਪਰ ਮੈਨੂੰ ਇਹ ਦੱਸ ਵੀ ਤੂੰ ਭਲਾ ਕਿਉਂ ਕਿਹਾ? ਤੂੰ ਤੇ ਨੌਕਰੀ ਤੋਂ ਵਿਹਲਾ ਹੋ ਗਿਆ, ਤੇਰੀ ਰੋਟੀ ਰੋਜੀ ਖੁੱਸ ਗਈ।
ਕਹਿਣ ਲੱਗਾ ਰਾਜਨ ਵੇਖ ਵਾਹਿਗੁਰੂ ਭਲਾ ਹੀ ਕਰਦਾ ਹੈ ਨਾ, ਵੀ ਤੇਰੀ ਉਂਗਲ ਵੱਡੀ ਸੀ, ਜੇ ਮੈਂ ਤੇਰੇ ਨਾਲ ਸ਼ਿਕਾਰ ਖੇਡਣ ਵਾਸਤੇ ਜਾਂਦਾ ਮੈਨੂੰ ਵੀ ਉਹਨਾਂ ਨੇ ਪਕੜ ਲੈਣਾ ਸੀ, ਜੇ ਮੈਂ ਪਕੜਿਆ ਜਾਂਦਾ ਤੇ ਮੇਰੀਆਂ ਤੇ ਉਂਗਲਾਂ ਸਾਬਤ ਸੀ, ਉਹਨਾਂ ਨੇ ਮੇਰਾ ਬਲੀ ਕਰ ਦੇਣਾ ਸੀ, ਉਹਨਾਂ ਨੇ ਮੇਰੀ ਬਲੀ ਦੇ ਦੇਣੀ ਸੀ, ਮੈਨੂੰ ਮਾਰ ਦੇਣਾ ਸੀ। ਇਹ ਪਰਮੇਸ਼ਰ ਨੇ ਚੰਗਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪ੍ਰਭ ਕਰੇ ਸੋ ਭਾਵੇ। ਸੰਗਤ ਜੀ ਉਹ ਗੁਰਮੁਖ ਪਿਆਰੇ ਜਿਹੜੇ ਖੁਸ਼ੀ ਤੇ ਗਮੀ ਤੋਂ ਮੁਕਤ ਹੋ ਜਾਂਦੇ ਨੇ, ਰਹਿਤ ਹੋ ਜਾਂਦੇ ਨੇ, ਫਿਰ ਉਹਨਾਂ ਦੀ ਬਿਰਤੀ ਵਾਹਿਗੁਰੂ ਵਿੱਚ ਟਿਕ ਜਾਂਦੀ ਹੈ ਵੀ ਜੋ ਪ੍ਰਭੂ ਕਰਦਾ ਉਹ ਚੰਗਾ ਹੈ। ਸਤ ਸੰਗਤ ਮਿਲੈ ਵਡ ਭਾਗ, ਵੱਡਿਆ ਭਾਗਾ ਕਰਕੇ ਸਤ ਸੰਗਤ ਦਾ ਮਿਲਾਪ ਹੋਵੇ ਤਾਂ ਹਰ ਰਸ ਆਵੇ ਜੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਭਾਈ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ। ਦੂਜੈ ਭਾਏ ਦੁਖ ਹੋਏ, ਦਵੈਤ ਭਾਵ ਕਰਕੇ, ਈਰਖਾ ਕਰਕੇ, ਨਿੰਦਿਆ ਕਰਕੇ, ਚੁਗਲੀ ਵਕੀਲੀ ਕਰਕੇ ਸੰਗਤ ਜੀ ਦੁੱਖ ਹੁੰਦਾ। ਮਨ ਮੁਖ ਜਮ ਜੋਹਿਆ ਜੀਓ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਨਾ, ਗੁਰਮਤਿ ਦਾ ਤਿਆਗ ਕਰ ਦਿੰਦੇ ਨੇ, ਗੁਰੂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਨੇ ਤੇ ਮਨ ਕਰਕੇ ਮਨਮਾਨੀਆਂ ਕਰਦੇ ਨੇ, ਉਹਨਾਂ ਨੂੰ ਜਮਾਂ ਨੇ ਆਪਣੀ ਤਾਕ ਵਿੱਚ ਰੱਖਿਆ ਹੋਇਆ ਹੈ। ਜਮਾਂ ਦੀ ਉਹਨਾਂ ਦੇ ਉੱਤੇ ਨਜ਼ਰ ਟਿਕੀ ਹੋਈ ਹੈ। ਹਾਏ ਹਾਏ ਕਰੀ ਦਿਨ ਰਾਤ, ਸੰਗਤ ਜੀ ਉਹ ਰਾਤ ਦਿਨ ਹਾਏ ਹਾਏ ਕਰਦੇ ਨੇ। ਮਾਇਆ ਦੁਖ ਮੋਹਿਆ ਜੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਮੋਹ ਕਰਕੇ ਉਹ ਭਾਈ ਦੁਖੀ ਹੋਏ ਹੋਏ ਵਿਰਲਾਪ ਕਰਦੇ। ਮਾਇਆ ਦੁਖ ਮੋਹਿਆ ਹੋ ਮੈਂ ਰੋਹਿਆ। ਮਾਇਆ ਦੇ ਮੋਹ ਕਰਕੇ ਦੁਖੀ ਨੇ ਅਤੇ ਹੰਗਤਾ ਮਮਤਾ ਮੇਰ ਤੇਰ ਕਰਕੇ ਸੰਗਤ ਜੀ ਉਹ ਕ੍ਰੋਧੀ ਹੋਏ ਨੇ। ਮੇਰੀ ਮੇਰੀ ਕਰਤ ਵਿਹਾਵੇ, ਮੇਰੀ ਮੇਰੀ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਬੀਤਦੀ ਜਾਂਦੀ ਹੈ। ਇਹ ਪੈਲੀ ਮੇਰੀ ਹੈ, ਇਹ ਕੋਠੀ ਮੇਰੀ ਹੈ, ਇਹ ਪਰਿਵਾਰ ਮੇਰਾ ਹੈ, ਉਹ ਮੈਂ ਮੇਰੀ ਦੇ ਵਿੱਚ ਹੀ ਫਸੇ ਹੋਏ ਨੇ। ਇਹ ਭਗਤ ਜੀ ਨੇ ਜ਼ਿਕਰ ਕੀਤਾ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ ਉਦੋਂ ਵਾਹਿਗੁਰੂ ਆਪ ਆ ਕੇ ਸਾਰੇ ਕਾਰਜ ਸਵਾਰ ਦਿੰਦਾ। ਜੋ ਪ੍ਰਭ ਦੇ ਤਿਸ ਚੇਤੈ ਨਾਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾਤਾਂ ਦੇਣ ਵਾਲਾ ਹੈ ਨਾ, ਉਹ ਭਾਈ ਉਹਨਾਂ ਨੂੰ ਕਦੇ ਚੇਤੇ ਨਹੀਂ। ਮਾਇਆ ਹੀ ਉਹਨਾਂ ਦੇ ਚਿੱਤ ਵਿੱਚ ਬੈਠੀ ਹੋਈ ਹੈ। ਹਾਏ ਮਾਇਆ, ਹਾਏ ਮਾਇਆ, ਬਸ ਮਾਇਆ ਹੀ ਮੰਗੀ ਜਾਂਦੇ ਨੇ। ਅੰਤ ਗਿਆ ਪਛੁਤਾਵੇ। ਅੰਤ ਨੂੰ ਜਦੋਂ ਮਾਤ ਲੋਕ ਤੋਂ ਜਾਂਦੇ ਨੇ ਤੇ ਪਛਤਾਉਂਦੇ ਜਾਂਦੇ ਨੇ। ਬਿਨ ਨਾਵੇ ਕੋ ਸਾਥ ਨ ਚਾਲੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਗੈਰ ਭਾਈ ਐਸੇ ਜੀਵਾਂ ਦੇ, ਐਸੇ ਮਨਮੁਖਾਂ ਦੇ ਨਾਲ ਕੋਈ ਵੀ ਨਹੀਂ ਜਾਂਦਾ। ਪੁੱਤਰ ਕਲਤਰ ਮਾਇਆ ਤੋਹਿਆ। ਭਾਵੇਂ ਪੁੱਤਰ ਹੋਵੇ, ਇਸਤਰੀ ਹੋਵੇ, ਬਹੁਤ ਜ਼ਿਆਦੀ ਮਾਇਆ ਕੱਟੀ ਹੋਵੇ, ਇਹ ਕੀ ਹੈ ਜੀ? ਧੋਹਿਆ। ਇਹ ਤਾਂ ਛਲ ਰੂਪ ਹੈ, ਇਹ ਜੀਵ ਨੂੰ ਛਲਦੀ ਹੈ, ਵਾਹਿਗੁਰੂ ਨਾਲ ਜੁੜਨ ਨਹੀਂ ਦਿੰਦੇ, ਪਰ ਅੰਤ ਸਮੇਂ ਇਹਦਾ ਸਾਥ ਨਹੀਂ ਦਿੰਦੇ। ਦੂਜੈ ਭਾਏ ਦੁਖ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਦਵੈਤ ਭਾਵ ਕਰਕੇ ਦੁਖੀ ਹੋਇਆ ਜੀਵ। ਮਨ ਮੁਖ ਜਮ ਜੋਹਿਆ ਜੀਓ। ਮਨ ਮੁਖਾਂ ਨੂੰ ਜਮਾ ਨੇ ਆਪਣੀ ਤਾਕ ਵਿੱਚ ਰੱਖਿਆ ਹੋਇਆ। ਕਰ ਕਿਰਪਾ ਲਿਹੁ ਮਿਲਾਏ। ਸੱਚੇ ਪਾਤਸ਼ਾਹ ਜੀ ਅਖੀਰਲੇ ਬੰਦ ਵਿੱਚ ਸੰਗਤ ਨੂੰ ਸਮਝਾਉਂਦੇ ਨੇ, ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਕਰ ਕਿਰਪਾ ਲਿਓ ਮਿਲਾਏ। ਵਾਹਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ। ਮਹਿਲ ਹਰ ਪਾਇਆ ਜੀਓ। ਮਹਾਰਾਜ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾਉਂਦੇ ਹੋ
ਉਹਨਾਂ ਨੇ हे ਪਰਮੇਸ਼ਰ ਜੀ ਆਪ ਜੀ ਦੇ ਸਰੂਪ ਨੂੰ ਪ੍ਰਾਪਤ ਕਰ ਲਿਆ। ਸਦਾ ਰਹਿ ਕਰ ਜੋੜ। ਪੁੱਛਿਆ ਜੀ ਉਹਨਾਂ ਦੀ ਨਿਸ਼ਾਨੀ ਕੀ ਹੈ? ਤੇ ਹਜੂਰ ਕਹਿੰਦੇ ਭਾਈ ਉਹ ਸਦਾ ਹੀ ਹੱਥ ਜੋੜ ਕੇ ਰੱਖਦੇ ਨੇ। ਕਰ ਨਾਮ ਹੱਥ ਦਾ ਹੈ ਸੰਗਤ ਜੀ, ਔਰ ਕਰ ਦੇ ਦੋਵੇਂ ਅੱਖਰ ਜਿਹੜੇ ਨੇ ਇਹ ਮੁਕਤੇ ਨੇ। ਭਾਵ ਬਹੁ ਵਚਨ ਹੈ, ਉਹ ਹੱਥ ਜੋੜ ਕੇ ਰੱਖਦੇ ਨੇ, ਸਦਾ ਹੀ ਹੱਥ ਜੋੜ ਕੇ ਰੱਖਦੇ। ਇਹ ਉਹਨਾਂ ਦੀ ਨਿਸ਼ਾਨੀ ਹੈ। ਰੱਬ ਮਨ ਭਾਇਆ ਜੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਦੇ ਮਨ ਵਿੱਚ ਭਾ ਗਏ, ਚੰਗੇ ਲੱਗੇ। ਰੱਬ ਮਨ ਭਾਵੈ ਤਾਂ ਹੁਕਮ ਸਮਾਵੈ। ਸੰਗਤ ਜੀ ਜਦੋਂ ਜੀਵ ਹੁਕਮ ਵਿੱਚ ਸਮਾ ਜਾਂਦਾ ਹੈ ਨਾ, ਹੁਕਮ ਮੰਨਦਾ ਹੈ, ਤੇ ਫਿਰ ਇਹ ਪ੍ਰਭੂ ਦੇ ਮਨ ਨੂੰ ਭਾ ਜਾਂਦਾ ਹੈ, ਚੰਗਾ ਲੱਗਦਾ ਹੈ। ਹੁਕਮ ਮਨ ਸੁਖ ਪਾਇਆ। ਹੁਕਮ ਮੰਨ ਕੇ ਆਤਮਿਕ ਸੁਖ ਦੀ ਪ੍ਰਾਪਤੀ ਕਰ ਲਈ। ਸਦਾ ਅਨ ਦਿਨ ਜਪਤ ਰਹਿ ਦਿਨ ਰਾਤੀ। ਲਗਾਤਾਰ ਇੱਕ ਰਸ ਦਿਨੇ ਰਾਤ ਵਾਹਿਗੁਰੂ ਨੂੰ ਜਪਦੇ ਰਹਿੰਦੇ ਨੇ। ਸਹਿਜੇ ਨਾਮ ਧਿਆਇਆ। ਟਿਕ ਕਰਕੇ ਅਡੋਲਤਾ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਨਾਮੋ ਨਾਮ ਮਿਲੀ ਵਡਿਆਈ। ਸੰਗਤ ਜੀ ਨਾਮ ਜਪਣ ਕਰਕੇ, ਨਾਮ ਸਿਮਰਨ ਕਰਕੇ ਉਹਨਾਂ ਨੂੰ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ। ਨਾਮੀ ਵੱਲੋਂ ਉਹਨਾਂ ਨੂੰ ਵਡਿਆਈ ਪ੍ਰਾਪਤ ਹੋਈ ਹੈ। ਨਾਨਕ ਨਾਮ ਮਨ ਭਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਮਨ ਵਿੱਚ ਨਾਮ ਪਾਉਂਦਾ ਹੈ, ਨਾਮ ਚੰਗਾ ਲੱਗਦਾ ਹੈ। ਕਰ ਕਿਰਪਾ ਲਿਹੁ ਮਿਲਾਏ। ਸੱਚੇ ਪਾਤਸ਼ਾਹ ਜੀ ਆਪ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਣਾ ਕਰੋ। ਮਹਾਰਾਜ ਆਪ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਮਹਿਲ ਹਰ ਪਾਵੇ ਜੀਓ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਸਰੂਪ ਨੂੰ, ਸੱਚਖੰਡ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਨ੍ਹਾਂ ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੋ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਨਾਮ ਵੀ ਉਹਦੀ ਕਿਰਪਾ ਨਾਲ ਜਪਿਆ ਜਾਂਦਾ ਹੈ, ਬਾਣੀ ਵੀ ਉਹਦੀ ਕਿਰਪਾ ਨਾਲ ਪੜ੍ਹੀ ਜਾਂਦੀ ਹੈ। ਪਰ ਕਿਰਪਾ ਵਾਸਤੇ ਸਾਨੂੰ ਆਪਣਾ ਪਾਤਰ, ਆਪਣਾ ਭਾਂਡਾ ਮਨ ਰੂਪੀ ਜਿਹੜਾ ਉਹਦੇ ਅੱਗੇ ਰੱਖਣਾ ਪਵੇਗਾ। ਬੇਨਤੀ ਕਰਨੀ ਪਵੇਗੀ, ਮਹਾਰਾਜ ਕਿਰਪਾ ਕਰੋ ਸਾਨੂੰ ਵੀ ਨਾਮ ਜਪਣ ਦੀ ਦਾਤ ਬਖਸ਼ੋ, ਗੁਰਬਾਣੀ ਵੱਧ ਤੋਂ ਵੱਧ ਪੜ੍ਹਨ ਦੀ ਮਹਾਰਾਜ ਦਾਤ ਬਖਸ਼ਿਸ਼ ਕਰੋ, ਫਿਰ ਉਹ ਸਾਡੇ ਤੇ ਵੀ ਕਿਰਪਾ ਕਰੇਗਾ। ਸੰਗਤ ਜੀ ਅੱਜ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਬੜੀ ਭਾਵਨਾ ਦੇ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਨੇ। ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਜੀ ਨੇ ਇਹ ਧੱਈਆ ਕੀਤਾ ਸੀ ਕਿ ਮੈਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਬੱਚਾ ਨਹੀਂ ਰਹਿਣ ਦੇਣਾ। ਪਰ ਉਹ ਗੁਰਮੁਖ ਪਿਆਰਾ ਭਾਈ ਦਿਲਾਵਰ ਸਿੰਘ ਜਿਹਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਤੇ ਉਸ ਮੁੱਖ ਮੰਤਰੀ ਨੂੰ ਉਡਾਇਆ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੀਤਾ ਸੀ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਬੇਅੰਤ ਸੰਗਤਾਂ ਥਾਂ ਪ੍ਰਤਾ ਬੜੀ ਭਾਵਨਾ ਸਹਿਤ ਮਨਾ ਰਹੀਆਂ ਹਨ। ਐਸੇ ਸੂਰਬੀਰ ਯੋਧਿਆਂ ਨੂੰ ਸਦੀਵ ਕਾਲ ਨਮਸਕਾਰ ਹੈ। ਆਓ ਪਿਆਰ ਸਹਿਤ ਆਰਾਮ ਕਲੀ ਰਾਗ ਵਿੱਚ ਜੋ ਲੜੀਵਾਰ ਕਥਾ ਚੱਲ ਰਹੀ ਹੈ
ਪਿਆਰ ਸਹਿ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਨੇ। ਤਨ ਤੇ ਛੁਟਕੀ ਆਪਣੀ ਧਾਰੀ। ਹਜੂਰ ਕਹਿੰਦੇ ਨੇ ਜਿਹੜੀ ਸਰੀਰ ਦੇ ਉੱਤੇ ਆਪਣਤ ਸੀ ਨਾ, ਆਪਣਾਪਨ ਸੀ, ਉਹ ਹੁਣ ਗੁਰੂ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ ਹੈ। ਸਰੀਰ ਤੋਂ ਭਾਈ ਇਹ ਛੁਟਕ ਗਈ, ਭਾਵ ਦੂਰ ਹੋ ਗਈ। ਪ੍ਰਭ ਕੀ ਆਗਿਆ ਲਗੀ ਪਿਆਰੀ। ਹਜੂਰ ਕਹਿੰਦੇ ਨੇ ਪ੍ਰਭੂ ਦੀ ਆਗਿਆ, ਪ੍ਰਭੂ ਦਾ ਹੁਕਮ ਹੁਣ ਸਾਨੂੰ ਮਿੱਠਾ ਲੱਗਦਾ ਹੈ। ਜੋ ਕਿਛ ਕਰੈ ਸੋ ਮਨ ਮੇਰਾ ਮੀਠਾ। ਜੋ ਪਰਮੇਸ਼ਰ ਕਰਦਾ ਭਾਈ ਉਹ ਮੇਰੇ ਮਨ ਨੂੰ ਪਿਆਰਾ ਲੱਗਦਾ ਹੈ। ਤਾ ਇਹੋ ਅਚਰਜ ਨੈਨੋ ਡੀਠਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਭਾਈ ਇਹ ਜਿਹੜਾ ਅਸਚਰਜ ਕੌਤਕ ਸੀ ਨਾ, ਇਹ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਏ। ਹਜੂਰ ਕਹਿੰਦੇ ਮੈਂ ਹੁਣ ਜਾਣ ਲਿਆ ਹੈ ਕਿ ਮੇਰੀ ਅਵਿਦਿਆ ਰੂਪੀ ਜਿਹੜੀ ਬਲਾ ਸੀ ਨਾ, ਉਹ ਚਲੀ ਗਈ ਹੈ। ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਦੀ ਅੱਗ ਜਿਹੜੀ ਮੇਰੇ ਅੰਦਰ ਲੱਟ ਲੱਟ ਮੱਚਦੀ ਸੀ ਨਾ, ਉਹ ਹੁਣ ਬੁਝ ਗਈ ਹੈ। ਅਤੇ ਨਿਵਾਰੀ ਮਮਤਾ, ਤੇ ਜਿਹੜੀ ਮਮਤਾ ਸੀ ਉਹ ਵੀ ਨਿਵਰਤ ਹੋ ਗਈ। ਗੁਰਪੁਰੈ ਲਿਓ ਸਮਝਾਏ। ਪੂਰੇ ਗੁਰੂ ਨੇ ਮੈਨੂੰ ਸਮਝਾ ਲਿਆ ਹੈ ਕਿ ਭਾਈ ਤ੍ਰਿਸ਼ਨਾ ਦੀ ਅੱਗ ਵਿੱਚ ਪੈ ਕੇ ਸੜਨਾ, ਆਪਣੀ ਆਪਣਤ ਨੂੰ ਸਰੀਰ ਤੇ ਧਾਰਨ ਕਰਕੇ ਤੂੰ ਪਾਰ ਨਹੀਂ ਹੋ ਸਕਦਾ। ਇਹ ਤਾਂ ਭਾਰ ਹੀ ਚੁੱਕਣ ਵਾਲੀ ਗੱਲ ਹੈ ਨਾ, ਆਪਣੀ ਆਪਣਤ ਨੂੰ ਧਾਰੀ ਫਿਰਨਾ। ਇਹ ਦੂਜਿਆਂ ਨੂੰ ਚੰਗਾ ਹੀ ਨਾ ਸਮਝਣਾ, ਆਪਣੇ ਆਪ ਨੂੰ ਚੰਗਾ ਸਮਝੀ ਜਾਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰੇ ਗੁਰੂ ਨੇ ਇਹ ਮੈਨੂੰ ਸਮਝਾ ਲਿਆ, ਸਮਝਾ ਦਿੱਤਾ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ, ਕਰ ਕਿਰਪਾ ਰਾਖਿਓ ਗੁਰ ਸਰਨਾ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕੀਤਾ। ਗੁਰ ਪਕਰਾਏ ਹਰ ਕੇ ਚਰਨਾ। ਗੁਰੂ ਨੇ ਮੈਨੂੰ ਹਰੀ ਦੇ ਸ਼ਬਦ ਰੂਪੀ ਚਰਨ ਪਕੜਾ ਦਿੱਤੇ। ਬੀਸ ਬਿਸੁਏ ਜਾ ਮਨ ਠਹਿਰਾਨੇ। 20 ਵਿਸਵੇ ਨਿਸ਼ਚੈ ਕਰਕੇ ਜਾਂ ਜਦੋਂ ਮੇਰਾ ਮਨ ਅੰਤਸ਼ਕਰਨ ਟਿਕ ਗਿਆ। ਗੁਰ ਪਾਰ ਬ੍ਰਹਮ ਏਕੈ ਹੀ ਜਾਣੇ। ਸੰਗਤ ਜੀ ਫੇਰ ਅਸਾਂ ਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕੋ ਰੂਪ ਕਰਕੇ ਜਾਣ ਲਿਆ। ਗੁਰ ਪਰਮੇਸ਼ਰ ਏਕੋ ਜਾਣ। ਜੋ ਜੋ ਕੀਨੋ ਹਮ ਤਿਸ ਕੇ ਦਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਜੋ ਵੀ ਵਾਹਿਗੁਰੂ ਨੇ ਪੈਦਾ ਕੀਤੇ ਨੇ, ਅਸੀਂ ਉਹਨਾਂ ਦੇ ਦਾਸ। ਪ੍ਰਭ ਮੇਰੇ ਕੋ ਸਗਲ ਨਿਵਾਸ। ਪੁੱਛਿਆ ਜੀ ਤੁਸੀਂ ਸਾਰਿਆਂ ਦੇ ਦਾਸ ਕਿਉਂ ਬਣਦੇ ਹੋ? ਤੇ ਹਜੂਰ ਕਹਿੰਦੇ ਨੇ ਪ੍ਰਭ ਮੇਰੇ ਕੋ ਸਗਲ ਨਿਵਾਸ। ਮੇਰੇ ਪ੍ਰਭੂ ਦਾ ਨਿਵਾਸ ਸਾਰਿਆਂ ਦੇ ਅੰਦਰ ਹੈ ਭਾਈ, ਉਹ ਸਾਰਿਆਂ ਦੇ ਅੰਦਰ ਵਸਦਾ ਹੈ। ਇਸ ਕਰਕੇ ਜੋ ਜੋ ਵੀ ਪਰਮੇਸ਼ਰ ਨੇ ਪੈਦਾ ਕੀਤੇ ਅਸੀਂ ਉਹਨਾਂ ਦੇ ਦਾਸ। ਨਾ ਕੋ ਦੂਤ ਨਹੀਂ ਬਹਿਰਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਹੁਣ ਕੋਈ ਚੁਗਲੀ ਲਾਉਣ ਵਾਲਾ ਹੀ ਹੈ, ਨਾ ਕੋਈ ਨਿੰਦਿਆ ਕਰਨ ਵਾਲਾ ਹੀ ਹੈ, ਤੇ ਨਾ ਹੀ ਕੋਈ ਵੈਰੀ ਹੈ ਸਾਡਾ। ਕਲ ਮਿਲ ਚਾਲੇ ਏਕੈ ਭਾਈ। ਹੁਣ ਤਾਂ ਭਾਈ ਅਸੀਂ ਇੱਕ ਦੂਜੇ ਦੇ ਗਲ ਨਾਲ ਮਿਲ ਕਰਕੇ ਚੱਲ ਰਹੇ ਹਾਂ। ਜਾ ਕੋ ਗੁਰ ਹਰ ਦੀਏ ਸੁਖਾ। ਗੁਰੂ ਨੇ ਜਿਨ੍ਹਾਂ ਨੂੰ ਸੰਗਤ ਜੀ ਹਰੀ ਵਾਹਿਗੁਰੂ ਦੇ ਦੁਆਰਾ ਸੁਖ ਦਿੱਤੇ, ਤਾ ਕੋ ਬਹੁਰ ਨਾ ਲਾਗਹਿ ਦੁਖਾ। ਉਹਨਾਂ ਨੂੰ ਫੇਰ ਭਾਈ ਦੁੱਖ ਨਹੀਂ ਵਿਆਪਦੇ ਜਿਨ੍ਹਾਂ ਨੂੰ ਗੁਰੂ ਨੇ ਸੁਖ ਦਿੱਤੇ ਨੇ। ਆਪੇ ਆਪ ਸਰਬ ਪ੍ਰਤਪਾਲ। ਵਾਹਿਗੁਰੂ ਆਪ ਹੀ ਆਪ ਸਾਰਿਆਂ ਦੀ ਪ੍ਰਤਪਾਲਣਾ ਕਰਦਾ। ਨਾਨਕ ਰਾਤੋ ਰੰਗ ਗੋਪਾਲ। ਹਜੂਰ ਕਹਿੰਦੇ ਨੇ ਭਾਈ
ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਨੇ, ਉਹਦੇ ਪ੍ਰੇਮ ਵਿੱਚ ਗੋਪਾਲ ਨਾਮ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੋਂ ਰੱਤੇ ਗਏ, ਰੰਗੇ ਗਏ। ਰਾਮ ਕਲੀ ਮਹੱਲਾ ਪੰਜਵਾ। ਹਾਂਜੀ। ਮੁਖ ਤੇ ਪੜਤਾ ਟੀਕਾ ਸਹਿਤ। ਸੰਗਤ ਜੀ, ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾ ਰਹੇ ਸੀ ਨਾ, ਤੇ ਸਤਿਗੁਰੂ ਜੀ ਪਰਿਕਰਮਾ ਕਰ ਰਹੇ ਸੀ, ਤੇ ਪਰਿਕਰਮਾ ਦੇ ਵਿੱਚ ਇੱਕ ਬ੍ਰਾਹਮਣ ਸਾਲਗ੍ਰਾਮ ਰੱਖ ਕੇ ਬੈਠਾ ਹੋਇਆ ਸੀ। ਹੁਣ ਸਤਿਗੁਰੂ ਜੀ ਉਹਦੇ ਪਰਤਾਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਮੁਖ ਤੇ ਪੜਤਾ ਟੀਕਾ ਸਹਿਤ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤ ਜੀ ਤੁਸੀਂ ਆਪਣੇ ਮੁਖੋਂ ਸੋ ਪੜਤਾ ਟੀਕਾ ਸਹਿਤ ਗ੍ਰੰਥਾਂ ਦੀ ਵਿਆਖਿਆ ਕਰਦੇ ਹੋ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਪਰ ਤੁਹਾਡੇ ਹਿਰਦੇ ਵਿੱਚ ਉਸ ਰਮੇ ਹੋਏ ਰਾਮ ਪਰਮੇਸ਼ਰ ਨੂੰ ਮਿਲਣ ਵਾਸਤੇ ਪੂਰਨ ਰਹਿਤ ਨਹੀਂ ਗੀ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ। ਪੰਡਤ ਜੀ ਤੁਸੀਂ ਉਪਦੇਸ਼ ਕਰ ਕਰਕੇ ਤੇ ਲੋਕਾਂ ਨੂੰ ਦ੍ਰਿੜ ਕਰਵਾਉਂਦੇ ਹੋ, ਆਪਣਾ ਕਹਿਆ ਆਪ ਨਾ ਕਮਾਵੈ। ਪਰ ਤੁਸੀਂ ਆਪਣਾ ਜਿਹੜਾ ਇਹ ਕਹਿਆ ਹੋਇਆ ਬਚੜਾ ਹੈ, ਉਪਦੇਸ਼ ਹੈ, ਤੁਸੀਂ ਆਪ ਨਹੀਂ ਕਮਾਉਂਦੇ। ਇਹ ਘਾਟ ਹੁੰਦੀ ਹੈ ਵਿਦਵਾਨਾਂ ਦੇ ਵਿੱਚ। ਸੰਗਤ ਜੀ ਖਿਮਾ ਕਰਨੀ, ਅਸੀਂ ਜੋ ਕੁਝ ਸੰਗਤ ਨੂੰ ਸੁਣਾਉਂਦੇ ਆ ਨਾ, ਉਹ ਆਪ ਨਹੀਂ ਕਰਦੇ। ਅਸੀਂ ਸੰਗਤ ਨੂੰ ਕਹਿੰਦੇ ਆ ਵੀ ਤੁਸੀਂ ਅਮਲ ਕਰੋ ਜੀ, ਮਾਇਆ ਦਾ ਮੋਹ ਛੱਡੋ ਜੀ, ਅੰਮ੍ਰਿਤ ਵੇਲੇ ਉੱਠਿਆ ਕਰੋ ਜੀ, ਸਿਮਰਨ ਭਜਨ ਕਰਿਆ ਕਰੋ ਜੀ, ਬਾਣੀ ਪੜ੍ਹਿਆ ਕਰੋ ਜੀ, ਤੇ ਆਪ ਸਾਡੇ ਪੱਲੇ ਕੁਝ ਵੀ ਨਹੀਂ ਹੁੰਦਾ। ਹੁਣ ਸਤਿਗੁਰੂ ਜੀ ਬਾਹਮਣ ਨੂੰ ਕਹਿ ਰਹੇ ਨੇ, ਕਹਿੰਦੇ ਨੇ ਪੰਡਤ ਜੀ ਤੁਸੀਂ ਉਪਦੇਸ਼ ਕਰ ਕਰਕੇ ਲੋਕਾਂ ਨੂੰ ਤਾਂ ਦ੍ਰਿੜ ਕਰਵਾਉਂਦੇ ਹੋ, ਤੁਸੀਂ ਲੋਕਾਂ ਨੂੰ ਪੱਕਾ ਕਰਦੇ ਹੋ ਵੀ ਆਹ ਕੰਮ ਕਰਿਆ ਕਰੋ, ਪੂਜਾ ਕਰਿਆ ਕਰੋ, ਪਰ ਆਪ ਤੁਸੀਂ ਕਮਾਉਂਦੇ ਨਹੀਂ। ਆਪ ਤੁਸੀਂ ਕਿਉਂ ਨਹੀਂ ਕਮਾਉਂਦੇ? ਇਸੇ ਕਰਕੇ ਸੰਗਤ ਜੀ ਅਸਰ ਨਹੀਂ ਹੁੰਦਾ। ਅੱਜ ਵੀ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਜੀ ਸਾਡੇ ਪ੍ਰਚਾਰ ਦੀ ਘਾਟ ਹੈ। ਹੁਣ ਸਾਡੇ ਪ੍ਰਚਾਰ ਦੀ ਕੋਈ ਘਾਟ ਨਹੀਂ, ਘਾਟ ਸਿਰਫ ਇਹੀ ਹੈ ਕਿ ਜਿਹੜੇ ਸਾਨੂੰ ਸੁਣਾਉਣ ਵਾਲੇ ਆ ਨਾ, ਉਹ ਆਪ ਨਹੀਂ ਕਮਾਉਂਦੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਅਸੀਂ ਗੁਰਬਾਣੀ ਨੂੰ ਆਪਣਾ ਆਧਾਰ ਬਣਾਉਣਾ ਸੀ, ਪਰ ਅਸੀਂ ਗੁਰਬਾਣੀ ਨੂੰ ਆਪਣਾ ਰੁਜ਼ਗਾਰ ਬਣਾ ਲਿਆ ਹੈ। ਅਸੀਂ ਕੇਵਲ ਇੱਥੋਂ ਤੀਕਰ ਸੀਮਤ ਹੈ ਕਿ ਗੁਰਬਾਣੀ ਸਾਡਾ ਰੁਜ਼ਗਾਰ ਹੈ। ਗੁਰਬਾਣੀ ਪੜਾਂਗੇ 4 ਪੈਸੇ ਮਿਲਣਗੇ, ਗੁਰਬਾਣੀ ਦੀ ਕਥਾ ਕਰਾਂਗੇ 4 ਪੈਸੇ ਮਿਲਣਗੇ, ਗੁਰਬਾਣੀ ਦਾ ਕੀਰਤਨ ਕਰਾਂਗੇ 4 ਪੈਸੇ ਮਿਲਣਗੇ। ਇੱਥੋਂ ਤੀਕਰ ਸੀਮਤ ਹੈ ਨਾ ਜੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਸ ਪੰਡਤ ਦੇ ਰਾਹੀਂ ਸਾਨੂੰ ਵੀ ਇਹ ਉਪਦੇਸ਼ ਦਿੰਦੇ ਨੇ, ਆਪਣਾ ਕਹਿਆ ਆਪ ਨਾ ਕਮਾਓ। ਸਤਿਗੁਰੂ ਜੀ ਕਹਿੰਦੇ, ਪੰਡਤ ਜੀ ਤੁਸੀਂ ਆਪਣਾ ਕਹਿਆ ਹੋਇਆ ਆਪ ਤਾਂ ਕਮਾਉਂਦੇ ਨਹੀਂ, ਲੋਕਾਂ ਨੂੰ ਹੀ ਦੱਸੀ ਜਾਂਦੇ ਹੋ ਕਮਾਈ ਕਰਨ ਵਾਸਤੇ, ਆਪ ਵੀ ਕਮਾਈ ਕਰਿਆ ਕਰੋ। ਪੰਡਿਤ ਵੇਦ ਵਿਚਾਰ ਪੰਡਿਤ। ਹੇ ਪੰਡਤ ਜੀ ਤੁਸੀਂ ਵਿਦਵਾਨ ਹੋ, ਦੂਜੇ ਪੰਡਤ ਦਾ ਅਰਥ ਹੈ ਵਿਦਵਾਨ। ਤੁਸੀਂ ਵਿਦਵਾਨ ਹੋ, ਵੇਦਾਂ ਦੀ ਵਿਚਾਰ ਕਰੋ। ਮਨ ਕਾ ਕ੍ਰੋਧ ਨਿਵਾਰ ਪੰਡਿਤ। ਅਥਵਾ ਤੁਸੀਂ 4 ਵੇਦਾਂ ਦੀ ਵਿਚਾਰ ਵਿਆਖਿਆ ਕਰਦੇ ਹੋ, ਪਰ ਤੁਹਾਡੇ ਅੰਦਰ ਕ੍ਰੋਧ ਪ੍ਰਬਲ ਹੈ। ਐ ਪੰਡਿਤ ਜੀ
ਤੁਸੀਂ ਆਪਣੇ ਮਨ ਦਾ ਕ੍ਰੋਧ ਵੀ ਨਿਵਰਤ ਕਰਨਾ ਕਰੋ। ਰਹਾਉ ਵਿਸਰਾਮ ਦੇ ਕੇ ਪ੍ਰਭਾਉਂਦੇ ਨੇ। ਆਗੇ ਰਾਖਿਓ ਸਾਲ ਗ੍ਰਾਮ। ਇਹ ਪੰਡਿਤ ਜੀ ਅੱਗੇ ਤਾਂ ਤੁਸੀਂ ਸਾਲਗ੍ਰਾਮ ਮੂਰਤੀ ਰੱਖੀ ਹੋਈ ਹੈ, ਮਨ ਕੀਨੋ ਦਹਿ ਦਿਸ ਬਿਸਰਾਮ। ਪਰ ਤੁਹਾਡਾ ਜਿਹੜਾ ਮਨ ਹੈ ਨਾ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਫਿਰਦਾ ਹੈ। ਅੱਗੇ ਸਾਲਗ੍ਰਾਮ ਮੂਰਤੀ ਹੈ, ਪੱਥਰ ਹੈ ਤੁਹਾਡੇ ਸਾਹਮਣੇ ਪਿਆ, ਪਰ ਤੁਹਾਡਾ ਮਨ ਉਹਦੇ ਵਿੱਚ ਨਹੀਂ ਟਿਕਿਆ। ਤੁਹਾਡਾ ਮਨ ਕਿੱਥੇ ਹੈ ਜੀ? ਇਹ ਤਾਂ ਦਸਾਂ ਦਿਸ਼ਾਵਾਂ ਦੇ ਵਿੱਚ ਹੀ ਭਰਮਦਾ ਫਿਰਦਾ। ਤਿਲਕ ਚਰਾਵੇ ਪਾਈ ਪਾਏ। ਤੇ ਆਪ ਆਪਣੇ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ, ਇੱਕ ਦੂਜੇ ਦੇ ਪੈਰੀਂ ਪੈਂਦੇ ਹੋ। ਲੋਕ ਪਚਾਰਾ ਅੰਧ ਕਮਾਏ। ਇਹ ਕੀ ਹੈ ਜੀ? ਇਹ ਲੋਕ ਪਚਾਰਾ ਹੈ। ਲੋਕਾਂ ਨੂੰ ਬਕਾਉਣ ਵਾਸਤੇ ਇਹ ਕੀਤਾ ਜਾਂਦਾ ਪਖੰਡ ਹੈ। ਇਹ ਪੰਡਿਤ ਜੀ, ਇਹ ਤੁਸੀਂ ਅਗਿਆਨਤਾ ਕਮਾ ਰਹੇ ਹੋ। ਇੱਕ ਤਾਂ ਤੁਹਾਡਾ ਮਨ ਟਿਕਾਣੇ ਨਹੀਂ, ਦੂਜਾ ਤੁਸੀਂ ਤਿਲਕ ਵੀ ਲਾਉਂਦੇ ਹੋ, ਲੋਕਾਂ ਦੇ ਪੈਰੀਂ ਹੱਥ ਵੀ ਲਾਉਂਦੇ ਹੋ ਵੀ ਕੋਈ ਨਾ ਕੋਈ ਚਾਰ ਚਿੱਲੜ ਦੇ ਜਾਵੇ। ਇਹ ਤਾਂ ਲੋਕ ਵਿਚਾਰਾ ਹੈ, ਲੋਕ ਬਕਾਲਾ ਹੈ, ਤੇ ਤੁਸੀਂ ਅੰਧ ਕਮਾ ਰਹੇ ਹੋ। ਖਟ ਕਰਮਾਰ ਆਸਨ ਧੋਤੀ। ਪੰਡਿਤ ਜੀ ਤੁਹਾਡੇ 6 ਕਰਮ ਨੇ। ਜਗ ਕਰਨਾ, ਜਗ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ। ਇਹ ਤੁਹਾਡੇ 6 ਕਰਮ ਨੇ। ਇਹ ਤੂੰ 6 ਕਰਮ ਵੀ ਕਰਦਾ ਹੈ, ਅਤੇ ਹੇਠਾਂ ਆਸਣ ਵੀ ਵਿਛਾਉਣਾ ਹੈ, ਤੇ ਤੂੰ ਤੇੜ ਧੋਤੀ ਵੀ ਬੱਧੀ ਹੋਈ ਹੈ। ਭਾਗਠ ਗ੍ਰਹਿ ਪੜੈ ਨਿਤ ਪੋਥੀ। ਭਾਗਠ ਦਾ ਅਰਥ ਸੰਗਤ ਜੀ ਜਿਹੜੇ ਧਨਾੜ ਲੋਕ ਨੇ ਨਾ, ਮਹਾਰਾਜ ਸਾਹਿਬ ਕਹਿੰਦੇ ਪੰਡਿਤ ਜੀ ਵੇਖੋ, ਤੁਸੀਂ 6 ਕਰਮ ਵੀ ਕਰਦੇ ਹੋ, ਆਸਣ ਵੀ ਲਾਉਂਦੇ ਹੋ, ਧੋਤੀ ਵੀ ਬੱਧੀ ਹੋਈ ਹੈ, ਪਰ ਜਿਹੜੇ ਧਨਾੜ ਲੋਕ ਨੇ ਨਾ, ਉਹਨਾਂ ਦੇ ਘਰ ਵਿੱਚ ਜਾ ਕੇ ਤੁਸੀਂ ਨਿਤਾ ਪ੍ਰਤੀ ਪੋਥੀ ਪੜ੍ਹਦੇ ਹੋ, ਮਾਇਆ ਦੇ ਲਾਲਚ ਕਰਕੇ। ਆਪਣੇ ਵਾਸਤੇ ਤਾਂ ਤੁਸੀਂ ਪੋਥੀ ਕਦੇ ਪੜ੍ਹੀ ਨਹੀਂ ਹੋਣੀ, ਪਰ ਤੁਸੀਂ ਉਹਨਾਂ ਅਮੀਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੋਥੀਆਂ ਪੜ੍ਹਦੇ ਹੋ, ਉਹਨਾਂ ਨੂੰ ਸਾਖੀਆਂ ਸੁਣਾਉਂਦੇ ਹੋ, ਉਹਨਾਂ ਨੂੰ ਕਥਾਵਾਂ ਸੁਣਾਉਂਦੇ ਹੋ। ਕਰ ਕਦੇ ਆਪ ਵੀ ਕਮਾ ਲਿਆ ਕਰੋ। ਸਤਿਗੁਰੂ ਪਾਤਸ਼ਾਹ ਜੀ ਉਹ ਪੰਡਤ ਦੇ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ, ਭਾਈ ਧਨਾੜ ਲੋਕਾਂ ਦੇ, ਅਮੀਰ ਲੋਕਾਂ ਦੇ ਗ੍ਰਹਿ ਘਰ ਵਿੱਚ ਜਾ ਕਰਕੇ ਨਿਤਾ ਪ੍ਰਤੀ ਪੰਡਿਤ ਜੀ ਤੁਸੀਂ ਪੋਥੀ ਪੜ੍ਹਦੇ ਹੋ। ਮਾਲਾ ਫੇਰੈ ਮੰਗੈ ਵਿਭੂਤ। ਫਿਰ ਤੁਸੀਂ ਮਾਲਾ ਫੇਰਦੇ ਹੋ, ਠਾ ਮਲ ਕੇ ਤੇ ਮਣਕਾ, ਠਾ ਮਣ ਕੇ ਤੇ ਮਲਕਾ, ਪਰ ਕੀ ਮੰਗਦੇ ਕੀ ਹੋ? ਮੰਗੇ ਵਿਭੂਤ। ਤੁਸੀਂ ਵਿਭੂਤੀ ਮੰਗਦੇ ਹੋ, ਤੁਸੀਂ ਸਮੱਗਰੀ ਮੰਗਦੇ ਹੋ, ਤੁਸੀਂ ਮਾਇਆ ਮੰਗਦੇ ਹੋ। ਇਹ ਵਿਦ ਕੋਏ ਨਾ ਤਰਿਓ ਮੀਤ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਜੀ, ਇਸ ਤਰੀਕੇ ਨਾਲ ਮਿੱਤਰਾ ਅੱਜ ਤੀਕਰ ਕੋਈ ਨਹੀਂ ਤਰਿਆ। ਲੋਕਾਂ ਨੂੰ ਉਪਦੇਸ਼ ਦੇਣ ਵਾਲਾ, ਆਪ ਕਮਾਈ ਨਾ ਕਰਨ ਵਾਲਾ ਅੱਜ ਤੀਕਰ ਨਹੀਂ ਕੋਈ ਤਰਿਆ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਹੋਰਨਾਂ ਨੂੰ ਉਪਦੇਸ਼ ਕਰਦੇ ਨੇ ਪਰ ਆਪ ਕਮਾਈ ਨਹੀਂ ਕਰਦੇ, ਉਹ ਤਾਂ ਫਿਰ ਆਉਂਦੇ ਜਾਂਦੇ ਹੀ ਰਹਿੰਦੇ ਨੇ, ਜੰਮਣ ਮਰਨ ਦੇ ਚੱਕਰ ਵਿੱਚ ਹੀ ਭਾਈ ਉਹ ਪਏ ਰਹਿੰਦੇ ਨੇ। ਸੋ ਪੰਡਿਤ ਗੁਰ ਸ਼ਬਦ ਕਮਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੰਡਿਤ ਹੈ, ਉਹ ਵਿਦਵਾਨ ਹੈ ਜਿਹੜਾ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ। ਤੇ ਅੱਜ ਦੇ ਕਈ ਲੋਕ ਇਹ ਗੱਲ ਕਹਿੰਦੇ ਜੀ ਗੁਰ ਸ਼ਬਦ ਦੀ ਕਮਾਈ ਕਰਨ ਦੀ ਕੀ ਲੋੜ ਹੈ, ਤੇ ਤੋਤਾ ਰਟਣਾ। ਅੱਜ ਦੇ ਕਈ ਵਿਦਵਾਨ ਇਹ ਗੱਲ ਕਹਿ ਦਿੰਦੇ ਨੇ ਕਿ ਗੁਰ ਸ਼ਬਦ ਦੀ ਕਮਾਈ ਕਰਨ ਦੀ ਕੀ ਲੋੜ ਹੈ। ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਿਦਵਾਨ ਹੈ, ਉਹ ਪੰਡਤ ਹੈ ਜਿਹੜਾ ਭਾਈ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ। ਤ੍ਰੈ ਗੁਣ ਕੀਓ ਸੋ ਉਤਰੀ ਮਾਏ। ਜਿਹੜੀ ਤਿੰਨਾਂ ਗੁਣਾਂ ਦੀ ਮਾਇਆ ਉਹਨੂੰ ਚੰਬੜੀ ਹੋਈ ਹੈ ਨਾ,
ਸਤਿਗੁਰੂ ਜੀ ਕਹਿੰਦੇ ਉਹ ਤਿੰਨਾਂ ਗੁਣਾਂ ਦੀ ਮਾਇਆ ਜਿਹੜੀ ਹੈ ਰਜੋ ਤਮੋ ਸਤੋ ਗੁਣ ਦੀ ਮਾਇਆ ਉਹਦੀ ਉੱਤਰ ਜਾਂਦੀ ਹੈ। ਚਤੁਰ ਵੇਦ ਪੂਰਨ ਹਰ ਨਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਜੀ ਜਿਹੜੇ 4 ਵੇਦ ਨੇ ਨਾ ਚਤੁਰ ਵੇਦ, ਚੌਂ ਵੇਦਾਂ ਦੇ ਵਿੱਚ ਕੀ ਹੈ ਜੀ? ਪੂਰਨ ਹਰਿ ਨਾਏ। ਇਹਨਾਂ ਦੇ ਵਿੱਚ ਪੂਰਨ ਹਰੀ ਪਰਮੇਸ਼ਰ ਦਾ ਨਾਮ ਹੈ। ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ ਕਿ ਜਿਹੜੇ ਵੇਦ ਨੇ ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਸੁਣਦੇ ਨਹੀਂ, ਉਹਨਾਂ ਦੇ ਵਿੱਚ ਕਰਮਕਾਂਡ ਵੀ ਲਿਖੇ ਹੋਏ ਨੇ ਪਰ ਉਹਨਾਂ ਦੇ ਵਿੱਚ ਨਾਮ ਵੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ 4 ਵੇਦ ਨੇ, ਉਹਨਾਂ ਵਿੱਚ ਹਰੀ ਦਾ ਪੂਰਨ ਨਾਮ ਹੈ। ਨਾਨਕ ਤਿਸ ਕੀ ਸਰਣੀ ਪਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪੰਡਿਤ ਜੀ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਕਰ, ਲੋਕਾਈ ਨੂੰ ਵੀ ਉਹਦੀ ਸ਼ਰਨ ਵਿੱਚ ਪਾ ਜਿਹਦੀ ਸ਼ਰਨ ਵਿੱਚ ਪਿਆ ਭਾਈ ਤਰਿਆ ਜਾ ਸਕਦਾ ਹੈ। ਸਤਿਗੁਰਾਂ ਨੇ ਪਾਵਨ ਰਾਮ ਕਲੀ ਰਾਗ ਵਿੱਚ ਆਪਾਂ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣਾਤ ਨੂੰ ਛੱਡੀਏ, ਹਉਮੈ ਦਾ ਤਿਆਗ ਕਰੀਏ, ਲੋਕ ਬਕਾਲਾ ਲੋਕ ਪਚਾਰਾ ਜਿਹੜਾ ਉਹਨੂੰ ਛੱਡੀਏ, ਇੱਕ ਵਾਹਿਗੁਰੂ ਨਾਲ ਜੁੜ ਕਰਕੇ ਆਪ ਵੀ ਕਮਾਈ ਕਰੀਏ ਤੇ ਹੋਰਨਾਂ ਨੂੰ ਵੀ ਕਮਾਈ ਕਰਨ ਦਾ ਉਪਦੇਸ਼ ਬਖਸ਼ਿਸ਼ ਕਰੀਏ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ 7 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਰਾਮਸਰ ਸਾਹਿਬ ਜੀ ਤੋਂ 7 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਦਰਸ਼ਨ ਦੇ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸੋ ਪੰਡਿਤ ਗੁਰ ਸ਼ਬਦ ਕਮਾਏ। ਤ੍ਰੈ ਗੁਣ ਕੀ ਓਸ ਉਤਰੀ ਮਾਏ। ਚਤੁਰ ਵੇਦ ਪੂਰਨ ਹਰਿ ਨਾਏ। ਨਾਨਕ ਤਿਸ ਕੀ ਸਰਣੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।